ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਹਰ ਪਹਿਰ, ਹਰ ਪਲ, ਹਰ ਘੜੀ ਉਸ ਮੌਤ ਦੀ ਅਮਾਨਤ ਹੈ। ਸਤਿਗੁਰੂ ਜੀ ਕਹਿੰਦੇ ਨੇ, ਛਿਨ ਛਿਨ ਕਰਤਨ ਛੀਜੇ, ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿੰਦੇ ਜਿਸਨੇ ਪਰਮਾਤਮਾ ਨੂੰ ਯਾਦ ਕਰਨਾ, ਉਸ ਨੂੰ ਪਹਿਲਾਂ ਮੌਤ ਯਾਦ ਕਰਨੀ ਪਏਗੀ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਹੈ। ਅਤੇ ਸਾਡੇ ਉੱਤੇ ਸਤਿਗੁਰੂ ਜੀ ਕਹਿੰਦੇ ਕਿ ਇਤਨਾ ਕਰਜ਼ਾ ਚੜ੍ਹਿਆ ਹੋਇਆ ਹੈ, ਪਾਪਾਂ ਦਾ ਕਰਜ਼ਾ, ਵਿਕਾਰਾਂ ਦਾ ਕਰਜ਼ਾ ਚੜ੍ਹਿਆ ਹੋਇਆ ਆ, ਜਿਸ ਕਰਜ਼ੇ ਬਾਰੇ ਸਾਨੂੰ ਪਤਾ ਹੀ ਨਹੀਂ, ਔਰ ਦਿਨ ਰਾਤ ਕਰਜ਼ਾ ਵੱਧਦਾ ਹੈ। ਪੁੰਨ ਵੀ 10 ਗੁਣੇ ਵੱਧਦੇ ਨੇ ਅਤੇ ਸਾਧ ਸੰਗਤ ਵਿਕਾਰ, ਭੈੜੇ ਕਰਮ ਵੀ 10 ਗੁਣੇ ਵੱਧਦੇ ਨੇ। ਸਾਧ ਸੰਗਤ ਅੱਜ ਮਾੜਾ ਕੰਮ ਕਰ ਲਈਏ, ਉਹ 10 ਗੁਣੇ ਵੱਧਦਾ ਹੈ, ਉਹਨੂੰ ਵੀ ਵਿਆਜ ਲੱਗਦਾ ਹੈ। ਤਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸੰਗਤ ਵਿੱਚ ਬੈਠ ਕੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ। ਸੰਗਤ ਵਿੱਚ ਵਾਹਿਗੁਰੂ ਵਸਦਾ, ਜਿੱਥੇ ਵਾਹਿਗੁਰੂ ਵਸਦਾ ਉੱਥੇ ਸਾਧ ਸੰਗਤ ਕੋਈ ਪਾਪ ਨੇੜੇ ਆ ਨਹੀਂ ਸਕਦਾ। ਜਿਨ੍ਹਾਂ ਦੇ ਸੰਦੜੇ ਦੁਰਮਤ ਵੰਜੇ ਮਿੱਤਰ ਅਸਾਡੜੇ ਸੀ, ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਦੀਦਾਰ ਕਰਕੇ ਅੰਦਰੋਂ ਮੈਲ ਸਾਧ ਸੰਗਤ ਧੋਤੀ ਜਾਂਦੀ ਹੈ, ਦੁਰਮਤ ਦੂਰ ਹੋ ਜਾਂਦੀ ਹੈ। ਇੱਥੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਲਿਖਦੇ, ਤੁਧ ਸਲਾਹੀ ਤਿੰਨ ਧਨ ਪੱਲੇ, ਨਾਨਕ ਕਾ ਧਨ ਇਹੀ ਸਈ। ਕਹਿੰਦੇ ਕਿ ਜਿਹੜੇ ਉਸ ਨੂੰ ਸਲਾਹੁੰਦੇ ਨੇ, ਉਹਦਾ ਨਾਮ ਜਪਦੇ ਨੇ, ਉਹਨਾਂ ਦੇ ਕੋਲ ਪਰਮਾਤਮਾ ਦੇ ਨਾਮ ਦਾ ਧਨ ਹੈ। ਅਤੇ ਉਹਨਾਂ ਦਾ ਮੁੱਖ ਡਿੱਠਣ ਨਾਲ ਹੀ ਸਾਧ ਸੰਗਤ ਨਾਨਕ ਕਾ ਧਨ ਸਈ, ਜੇ ਕੋ ਜੀ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਜੇ ਉਹਨਾਂ ਜੀ ਕਰਕੇ ਸਤਿਕਾਰ ਕਰਕੇ ਨਾਮ ਜਪਣ ਵਾਲੇ ਨੂੰ ਤਾਂ ਕੋਈ ਸਤਿਕਾਰ ਕਰੇ, ਸਾਧ ਸੰਗਤ ਇੱਜ਼ਤ ਸਤਿਕਾਰ ਨਾਲ, ਕਿਤਨਾ ਵੀ ਪਾਪੀ ਹੋਵੇ ਪਰ ਕਿਸੇ ਪੁੰਨੀ ਬੰਦੇ ਦਾ ਨਾਮ ਜਪਣ ਵਾਲੇ ਦਾ ਜੇ ਉਹ ਸਤਿਕਾਰ ਕਰਕੇ ਬੁਲਾਉਂਦਾ ਆ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਿ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪਏਗੀ। ਜਮ ਹਰੇਕ ਨੂੰ ਲੈਣਾ ਹੁੰਦਾ, ਵੱਡੇ ਤੋਂ ਵੱਡੇ ਪਾਪੀ ਨੂੰ ਵੀ ਜਮ ਦੀ ਮਾਰ ਨਹੀਂ ਪਏਗੀ। ਤਾਂ ਇਹ ਸਾਧ ਸੰਗਤ ਸਤਿਗੁਰੂ ਜੀ ਗੁਰਬਾਣੀ 'ਚ ਲਿਖਦੇ ਨੇ, ਪੁੰਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਬਹੁਤ ਛੂਟ ਹੈ ਸੰਗਤ ਵਿੱਚ ਆਉਣ ਨਾਲ। ਸਤਿਗੁਰੂ ਜੀ ਕਹਿੰਦੇ ਪੁੰਨ ਪ੍ਰਤਾਪਨ ਬਾੜ ਜੈਤ ਤੁਨ। ਸਤਿਗੁਰੂ ਜੀ ਕਹਿੰਦੇ ਗੱਜ ਵੱਜ ਕੇ ਫਤਿਹ ਬੁਲਾਉਣ ਨਾਲ, ਜੈਤ ਤੁਨ ਸਾਡੀ ਕਿਹੜੀ ਆ? ਉਹ ਫਤਿਹ। ਇੱਕ ਫਤਿਹ ਬੁਲਾਉਣ ਨਾਲ ਕੀ ਮਿਲੇਗਾ? ਕਹਿੰਦੇ ਜਿਵੇਂ ਕਿਸੇ ਜਵਾਰ ਦੇ ਜਾਂ ਕਿਸੇ ਫਸਲ ਵਿੱਚ ਉਸੇ ਰੰਗ ਦੇ ਜਾਨਵਰ ਬੈਠੇ ਹੋਣ। ਹੁਣ ਹਰੇ ਰੰਗ ਦੀ ਜਵਾਰ ਹੈ, ਹਰੇ ਰੰਗ ਦੇ ਤੋਤੇ ਬੈਠੇ ਨੇ ਵਿੱਚ, ਪਤਾ ਨਹੀਂ ਚੱਲਦਾ। ਪਰ ਜੇ ਗੱਜ ਵੱਜ ਕੇ ਉੱਥੇ ਕੋਈ ਢੋਲ ਵਜਾ ਦੇਵੇ, ਰੌਲਾ ਪਾ ਦੇਵੇ, ਉਹ ਆਪੇ ਹੀ ਉੜ ਜਾਂਦੇ ਨੇ, ਉਹਨਾਂ ਨੂੰ ਉਡਾਉਣ ਦੀ ਲੋੜ ਨਹੀਂ ਪੈਂਦੀ। ਇਸੇ ਤਰੀਕੇ ਸਤਿਗੁਰੂ ਜੀ ਕਹਿੰਦੇ ਤੇਰੇ ਸੀਰ ਦੇ ਅੰਦਰ ਪਾਪਾਂ ਦੇ ਢੇਰ ਲੱਗੇ ਹੋਏ ਨੇ, ਪਰ ਤੇ ਜੋ ਗੱਜ ਵੱਜ ਕੇ ਫਤਿਹ ਬੁਲਾਏਗਾ ਨਾ, ਪੁੰਨ ਪ੍ਰਤਾਪਨ ਬਾੜ ਜੈਤ ਤੁਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਸੋਈਆਂ ਵਿੱਚ, ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਕਹਿੰਦੇ ਪਾਪਾਂ ਦੇ ਢੇਰਾਂ ਦੇ ਢੇਰ ਖਤਮ ਹੋ ਜਾਣਗੇ। ਰਸਨਾ ਨੂੰ ਪਵਿੱਤਰ ਕਰੀਏ, ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਸਥਾਨ ਦੇ ਵਿੱਚ ਸਾਧ ਸੰਗਤ ਇੱਕ ਬੀਬੀ, ਵਾਹਿਗੁਰੂ ਦੀ ਉਸ 'ਤੇ ਐਸੀ ਕਿਰਪਾ, ਘਰ ਪਰਿਵਾਰ ਵੀ ਗੁਰਸਿੱਖ ਹੈ, ਮਾਤਾ ਦੀ ਸਭ ਤੋਂ ਜ਼ਿਆਦਾ ਬੱਚੇ ਨੂੰ ਦੇਣ ਹੁੰਦੀ ਹੈ। ਇੱਥੇ ਤੱਕ ਵੀ ਇੱਕ ਸੰਤ ਕਥਾ ਕਰਦੇ ਸੀ, ਉਹਨਾਂ ਤੋਂ ਸੁਣ ਕੇ ਕਿਸੇ ਨੇ ਸਾਡੇ ਨਾਲ ਬਚਨ ਸਾਂਝਾ ਕੀਤਾ, ਜਦੋਂ ਵੀ ਕਿਸੇ ਬੱਚੇ ਦਾ ਰਿਸ਼ਤਾ ਲੈਣਾ ਹੋਵੇ, ਧੀ ਦਾ ਰਿਸ਼ਤਾ, ਆਪਣੇ ਪੁੱਤ ਵਿਆਹੁਣਾ ਹੋਵੇ, ਕਹਿੰਦੇ ਮਾਂ ਵੱਲ ਨੂੰ ਦੇਖਣਾ ਚਾਹੀਦਾ ਆ ਕਿ ਮਾਂ 'ਚ ਗੁਰਸਿੱਖੀ ਕਿੰਨੀ ਆ,
ਮਾਂ ਦੇ ਕਰਮ ਕਿਹੋ ਜਿਹੇ ਨੇ, ਮਾਂ ਦੀ ਸਿੱਖਿਆ ਕੀ ਹੈ ਪਿੰਡ ਵਿੱਚ, ਕਿਉਂਕਿ ਮਾਂ ਦੀ ਸਿੱਖਿਆ ਦਾ ਧੀ ਉੱਤੇ ਕੁਦਰਤੀ ਅਸਰ ਹੁੰਦਾ ਹੈ। ਉੱਥੇ ਪਤਾ ਲੱਗ ਜਾਏਗਾ ਧੀ ਕਿੰਨੀ ਕਾ ਕੇ ਨੌ ਬਣ ਕੇ ਸੇਵਾ ਕਰੇਗੀ। ਕਹਿੰਦੇ ਜੇ ਧੀ ਵਿਆਹੁਣੀ ਹੋਵੇ ਤੇ ਪਿਓ ਦੇ ਮੁੱਖ ਵੱਲ ਦੇਖਣਾ ਚਾਹੀਦਾ, ਇਸ ਦੇ ਪਿਓ ਦੀ ਪਿੰਡ ਵਿੱਚ ਆਲੇ ਦੁਆਲੇ ਵਿੱਚ ਕੀ ਸਤਿਕਾਰ ਹੈ, ਕੀ ਇੱਜ਼ਤ ਹੈ, ਕਿਹੋ ਜਿਹਾ ਵਿਹਾਰ ਹੈ, ਉਹ ਜਿਹਾ ਹੀ ਪੁੱਤ ਉੱਤੇ ਅਸਰ ਹੁੰਦਾ ਹੈ। ਹੁਣ ਇਹ ਬੀਬੀ ਰਾਜਸਥਾਨ 'ਚ ਰਹਿੰਦੀ ਹੈ, 1917 ਦੀ ਗੱਲ ਹੈ, 2 3 4 5 ਸਾਲ ਪਹਿਲਾਂ ਹੁੰਦੀ ਹੋਈ। ਹਿਰਦੇ ਵਿੱਚ ਕੁਦਰਤੀ ਜਦੋਂ ਸ਼ੁਰੂ ਤੋਂ ਲਗਨ ਸੀ, ਮਾਤਾ ਸੀਗੀ, ਮਾਂ ਉਹਦੀ ਗੁਰਸਿੱਖ ਸੀਗੀ, ਉਹਨੂੰ ਸ਼ੁਰੂ ਤੋਂ ਹੀ ਗੁਰਬਾਣੀ ਪੜ੍ਹਨ ਦਾ ਸ਼ੌਂਕ, ਅਜੇ 2ਰੀ 3ਰੀ ਕਲਾਸ 'ਚ ਪੜ੍ਹਦੀ ਸੀਗੀ ਅਤੇ ਉਹਨੂੰ ਜਪਜੀ ਸਾਹਿਬ ਕੰਠ ਹੋ ਗਿਆ। ਉਹਨੇ ਬਾਣੀ ਬਹੁਤ ਪੜ੍ਹਨੀ ਅਤੇ ਗੁਰੂ ਮਹਾਰਾਜ ਨੇ ਮੱਥਾ ਵੀ ਟੇਕਣਾ, ਮਹਾਰਾਜ ਦਾ ਸਤਿਕਾਰ ਬਹੁਤ ਕਰਨਾ। ਜਦੋਂ 7ਵੀਂ ਕਲਾਸ ਵਿੱਚ ਸੀ, ਉਹਨਾਂ ਦੇ ਸਮਾਗਮ ਇੱਕ ਹੋਇਆ ਸਾਧ ਸੰਗਤ ਸਕੂਲ ਵਿੱਚ। ਉੱਥੇ ਕਿਹਾ ਗਿਆ ਜਿਹੜਾ ਸਭ ਤੋਂ ਵੱਧ ਬਾਣੀ ਸੁਣਾਏਗਾ ਉਹ ਇਨਾਮ ਦਿੱਤਾ ਜਾਏਗਾ। ਇਸ ਬੱਚੇ ਨੇ ਗੁਰਬਾਣੀ ਵੀ ਬਹੁਤ ਸੁਣਾਈ, ਵੱਧ ਪੂਰਾ ਜਪਜੀ ਸਾਹਿਬ ਦਾ ਪਾਠ ਵੀ ਸੁਣਾਇਆ, ਹੋਰ ਬਾਣੀ ਵੀ ਸੁਣਾਈ, ਉਹਦੇ ਅਰਥ ਵੀ ਕਰਕੇ ਦੱਸਦੇ, ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਜਿਹਾ ਮਨੋਰਥ ਕਰ ਅਰਾਧੇ ਤੇਹਾ ਜਲ ਦੇਵੇ ਪ੍ਰਕਾਰਾ। ਗੁਰਬਾਣੀ ਕਹਿੰਦੇ ਤੇਰੇ ਸੁਰਤ ਧਿਆਨ, ਤੇਰੇ ਖਿਆਲ ਜਿਹੋ ਜਿਹੇ ਹੋਣਗੇ, ਵਾਹਿਗੁਰੂ ਉਹੋ ਜਿਹੀ ਤੈਨੂੰ ਤਰੱਕੀ ਦੇ ਦੇਗਾ, ਐਸਾ ਜਲ ਦੇਵੇ ਪ੍ਰਕਾਰ। ਅਰਦਾਸ ਕਰਦੇ ਹਾਂ ਨਾ ਆਪਾਂ ਮਹਾਰਾਜ ਮੋਰੇ, ਜੇ ਅੰਦਰ ਸਾਨੂੰ ਇਹ ਵਿਕਾਰ ਛੱਡਣ ਦਾ ਸ਼ੌਂਕ, ਸ਼ਰਾਬ ਛੱਡਣ ਦਾ ਸ਼ੌਂਕ, ਮਾੜੇ ਕਰਨ ਛੱਡਣ ਵਾਸਤੇ ਸਾਡਾ ਮਨ ਮੰਨ ਜਾਵੇ, ਫਿਰ ਅਰਦਾਸ ਕਰੀਏ ਅਤੇ ਸਤਿਗੁਰੂ ਜੀ ਕਹਿੰਦੇ ਉਹਦੀ ਅਰਦਾਸ ਸੁਣੀ ਜਾਂਦੀ ਅਤੇ ਗੁਰੂ ਕਿਰਪਾ ਕਰਦਾ, ਉਹ ਭੈੜੇ ਕੰਮਾਂ ਤੋਂ ਬਚ ਜਾਂਦਾ ਹੈ। ਹੁਣ ਇਹਨੂੰ ਸ਼ੁਰੂ ਤੋਂ ਸ਼ੌਂਕ ਹੈ, ਹਰ ਚੀਜ਼, ਕਥਾ ਵੀ ਇੱਕ ਸ਼ੌਂਕ ਆ, ਸਾਧ ਸੰਗਤਾਂ ਹੀ ਹੋ ਪਾਉਂਦੀ ਆ, ਕਥਾ ਸੁਣਨਾ ਵੀ ਇੱਕ ਸ਼ੌਂਕ ਆ। ਇਹ ਇਹੋ ਜਿਹੇ ਸ਼ੌਂਕ ਨੇ ਜਿਹੜੇ ਦਰਗਾਹ ਵਿੱਚ ਗੁਰੂ ਨਾਨਕ ਘਰ ਵਿੱਚ ਕਬੂਲ ਹੁੰਦੇ ਨੇ। ਉਥਾਨ ਕਾ ਹਰ ਸ਼ਬਦ ਦੇ ਅੱਗੇ ਪਹਿਲਾਂ ਪੁਰਾਣੇ ਮਹਾਂਪੁਰਸ਼ ਜਿੰਨੇ ਵੀ ਕਥਾ ਕਰਦੇ ਸੀ, ਉਹ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਕੋਈ ਸਾਖੀ ਲਾ ਦੇਣੀ, ਜੋ ਹੁਕਮਨਾਮਾ ਆਇਆ ਉਹਦੇ ਮੁਤਾਬਕ ਉਹਨੂੰ ਸਮਝਾਉਣ ਵਾਸਤੇ ਉਥਾਨ ਕਾ ਸਾਖੀ, ਉਹ ਵੀ ਗੁਰਮਤਿ ਵਿੱਚ ਗੁਰੂ ਘਰ ਵਿੱਚ ਗੁਰੂ ਘਰ ਤੋਂ ਲੈ ਕੇ ਸਾਖੀ ਲਾਉਂਦੇ ਸਨ, ਜੋ ਗੁਰੂ ਨਾਲ ਟੁੱਟਦੀ ਹੋਵੇ। ਇਸੇ ਤਰੀਕੇ ਨਾਲ ਸਾਧ ਸੰਗਤ ਤੋਂ ਬੀਬੀ ਉਹਨੂੰ ਸ਼ੌਂਕ ਸ਼ੁਰੂ ਤੋਂ ਬਚਪਨ ਤੋਂ ਹੀ ਹੋ ਗਿਆ ਗੁਰਬਾਣੀ ਪੜ੍ਹਨ ਦਾ, ਸੁਣਦੀ ਰਹੀ ਬਾਣੀ। ਫਿਰ ਉਸਨੇ ਸਾਧ ਸੰਗਤ ਬੜੀ ਹੋ ਗਈ ਅਤੇ ਸਾਧ ਸੰਗਤ ਵਿਆਹ ਹੋ ਗਿਆ, ਉਸਦਾ ਵਿਆਹ ਵੀ ਚੰਗੇ ਘਰ ਹੋ ਗਿਆ, ਆਪ ਸੀਗੇ ਚੰਗੇ ਘਰ ਦੀ ਸੀਗੀ। ਵਿਆਹ ਹੋਣ ਤੋਂ ਬਾਅਦ ਸਾਧ ਸੰਗਤ ਉਸਨੇ ਘਰ ਸਹੁਰਿਆਂ ਘਰ ਗਈ, ਪਰ ਉੱਥੇ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠੀ ਸਿੰਘ ਕੋਲ ਜਾਣਾ, ਬਾਣੀ ਪੜ੍ਹਨੀ, ਆਪ ਪ੍ਰਕਾਸ਼ ਵੀ ਕਰ ਲੈਣਾ, ਕਈ ਵਾਰੀ ਸਵੇਰ ਨੂੰ, ਸ਼ਾਮ ਨੂੰ ਵੀ ਰਹਿਰਾ ਸੁਣਨੀ, ਗੁਰਬਾਣੀ ਤੋਂ ਧਿਆਨ ਨਹੀਂ ਉਹਨੇ ਹਟਾਇਆ। ਪਰ ਉਹ ਜਿਹੜਾ ਪਰਿਵਾਰ ਸੀ ਸਾਧ ਸੰਗਤ ਕਿਸੇ ਬਾਬੇ ਨੂੰ ਮੰਨਦਾ ਸੀਗਾ, ਦੇਹਧਾਰੀ ਗੁਰੂ ਨੂੰ, ਗੁਰੂ ਕਹਿ ਲਓ ਜਾਂ ਬਾਬਾ ਕਿੱਥੇ ਜਾਂਦੇ ਸੀ, ਅਤੇ ਉਹਨਾਂ ਨੂੰ ਇਹ ਚੀਜ਼, ਕਈ ਨੇ ਗੁਰੂ ਮਹਾਰਾਜ ਨੂੰ ਵੀ ਮੱਥਾ ਟੇਕਦੇ ਨੇ, ਫਿਰ ਮੜੀਆਂ 'ਤੇ ਵੀ ਟੇਕ ਲੈਂਦੇ ਨੇ। ਜਿੱਥੇ ਵੀ ਸਤਿਗੁਰੂ ਜੀ ਦੇ ਅਸਥਾਨ ਨੇ, ਜ਼ਿਆਦਾਤਰ ਸਾਧ ਸੰਗਤ ਦਾ ਆਲਾ ਦੁਆਲਾ ਜਿੰਨਾ ਹੁੰਦਾ ਨਾ, ਉਹ ਮੜੀਆਂ ਮਸਾਣਾ ਨਾਲ, ਦੇਹਧਾਰੀਆਂ ਨਾਲ ਭਰਿਆ ਹੁੰਦਾ ਹੈ, ਕਿਉਂਕਿ ਥਾਣੇ ਚੌਂਕੀਆਂ ਉੱਥੇ ਹੀ ਬਣਦੇ ਨੇ ਜਿੱਥੇ ਗੁੰਡੇ ਬਦਮਾਸ਼ ਜ਼ਿਆਦਾ ਹੁੰਦੇ ਨੇ, ਪਾਪ ਜ਼ਿਆਦਾ ਹੁੰਦੇ ਨੇ। ਭੂਤਾਂ ਨੂੰ ਹੀ ਗੁਰੂ ਮੰਨੀ ਜਾਂਦੇ। ਦੱਸੋ ਸਾਧ ਸੰਗਤ, ਜਿਹੜੇ ਖੁਦ ਮਰ ਕੇ ਮੜੀਆਂ 'ਚ ਪਏ ਨੇ, ਉਹ ਸਾਨੂੰ ਕੀ ਤਾਰਨਗੇ? ਹੁਣ ਇਹ ਬੀਬੀ ਤੇ ਗੁਰਦੁਆਰੇ ਜਾਵੇ, ਪਰ ਉਹ ਬਾਬਿਆਂ ਨੂੰ ਮੰਨਦੇ ਨੇ, ਬਾਬਿਆਂ ਦੇ ਜਾਂਦੇ ਨੇ, ਸੁਭਾਅ ਨਹੀਂ ਰਲਦੇ, ਆਪਸ ਵਿੱਚ ਵਿਚਾਰ ਨਹੀਂ ਰਲਦੇ, ਦੋਸਤੀ ਵਿਚਾਰ ਦੀ ਹੁੰਦੀ ਹੈ, ਰਿਸ਼ਤੇਦਾਰੀ ਕਈ ਕਹਿੰਦੇ ਨਾ ਆਪਾਂ ਕਿ ਖੂਨ ਦਾ ਰਿਸ਼ਤਾ ਹੈ। ਖੂਨ ਦਾ ਰਿਸ਼ਤਾ ਸਾਧ ਸੰਗਤ ਵੱਡਾ ਨਹੀਂ ਹੁੰਦਾ। ਖੂਨ ਤੇ ਕੰਸ ਤੇ ਕ੍ਰਿਸ਼ਨ ਸਕੇ ਮਾਮਾ ਭਾਣਜੇ ਸੀਗੇ, ਪ੍ਰਿਥੀ ਚੰਦ ਤੇ ਗੁਰੂ ਮਹਾਰਾਜ ਦਾ ਸਕਾ ਹੀ ਪੁੱਤਰ ਸੀਗਾ, ਖੂਨ ਦਾ ਹੀ ਰਿਸ਼ਤਾ ਸੀ। ਖੂਨ ਦਾ ਰਿਸ਼ਤਾ ਨਹੀਂ ਵੱਡਾ ਹੁੰਦਾ, ਰਿਸ਼ਤਾ ਹਮੇਸ਼ਾ ਵਿਚਾਰ ਦਾ ਵੱਡਾ ਹੁੰਦਾ, ਖਿਆਲ ਦਾ ਰਿਸ਼ਤਾ। ਜਿੱਥੇ ਖਿਆਲ ਰਲ ਜਾਣ, ਵਿਚਾਰ ਰਲ ਜਾਣ, ਉਹ ਰਿਸ਼ਤੇ ਵੱਡੇ ਹੁੰਦੇ ਨੇ, ਉੱਥੇ ਨਿਭ ਜਾਂਦੀ ਹੈ। ਹੁਣ ਸਾਧ ਸੰਗਤ ਬੱਚੀ, ਇਹਦੇ ਖਿਆਲ ਨਹੀਂ ਉਹਨਾਂ ਨਾਲ ਰਲਦੇ, ਇਹਨੇ ਗੁਰੂ ਮਹਾਰਾਜ ਘਰ ਜਾਣਾ, ਉਹਨਾਂ ਨੇ ਬਾਬਿਆਂ ਦੇ ਜਾਣਾ। ਪਹਿਲਾਂ ਤੱਕ ਸਾਲ 2 ਸਾਲ ਨਿਕਲ ਗਏ ਇੱਦਾਂ ਹੀ ਦਬ ਦਬਾ ਕੇ,
वो भी वड्डे घर दी सी, बराबर दे सीगे दोने। फिर ये घरदिਆਂ ਨੂੰ हौली हौली की साडी नौंह आ, साडी गल ही नहीं मनती हैगी। अक्सर मन में हुंदा आ कि असीं अपनी गल मनाउणी, आदमी भी परेशान तंग। ये बाबा जे आउंदा भी है घर च, असीं बाबे नूं लैके आउंदे आ, ये मूँह मरोड़ रखदी आ, कोई बाबे की इज्जत नहीं करती, मत्था भी नहीं टेकदी बाबे नूं। क्योंकि जिन्हें गुरु ग्रंथ साहिब महाराज नूं मत्था टेकता उन्होंने होर किते मत्था टेकण की जरूरत नहीं। साध संगत शब्द गुरु पै दीख्या लेवै, ये गुरु तो ही शब्द की दीख्या मिलती। उन्हें अंदरों नफरत कर ये बाबा आ जाना, ठीक है, सौरिਆਂ ਦੇ करके दबा सीगा, जल पानी छकाउणा सब कुछ, पर सत्कार नहीं अंदर देना। तो बाबा भी समझदा सी मेरे सारा ही परिवार सत्कार करता, पर इन्हां दी जिहड़ी नौंह आई आ ਇਹਦੇ अंदर कोई सत्कार वाली भावना वाली गल नहीं हैगी। हौली हौली विचार आपस में दूरियां बनदियां चले गई, इतनियां दूरियां बन गई। उन्होंने कह दिता घरदिਆਂ ने आदमी ने भी कि तू गुरुद्वारे नहीं जाना है। ਆਪਾਂ ਬਾਬਿਆਂ ਨੂੰ ਸਾਰੇ ਮੰਨਦੇ ਹਾਂ, ਅਸੀਂ ਬਾਬਿਆਂ ਦੇ ਹੀ ਜਾਣਾ ਆ, ਬਾਬਿਆਂ ਨੇ ਮੱਥਾ ਟੇਕਣਾ, ਬਾਬਿਆਂ ਤੋਂ ਸਾਨੂੰ ਸਭ ਕੁਝ ਮਿਲਿਆ ਆ, ਅਸੀਂ ਬਾਬਿਆਂ ਤੋਂ ਜੋ ਮੰਗਿਆ ਉਹ ਸਾਨੂੰ ਮਿਲਿਆ ਆ। ਤੇ तू भी साढ़े घर नौ बन के बाबिया की देन है। बाबिया को अरदास कराई सी, बाबिया को गए थे, तो बाबिया ने घर चलना डेरिया ते मत्था टेकना आ, उत्थे बाबिया तो ही सब कुछ लेना आ। पर यदा मन ना मन्नी, जाका सतगुर पूरा, वो कहते मैं तो अपने सतगुरु गुरु ग्रंथ साहिब सच्चे पातशाह तो बिना सत्कार सबका किया, पर किसी को असीं गुरु मन के या मत्था टेक के या मेरा सब तो वड्डा बाबा आ, और मेरा गुरु ग्रंथ साहिब तो बिना कोई होर बाबा नहीं। हुण घर दे ज़्यादा तंग हो गए, वो कहते तुहाडा बाबा ना खा सकता, ना तुहाडा बाबा पी सकता है, ना तुहाडा बाबा तुर सकता है, ना तुहाडा बाबा आ सकता, ना किते जा सकता है। किहड़े बाबे ने गुरु की तू गल करदी आ? साडा बाबा खांदा भी आ, पींदा भी आ, आउंदा भी आ, जांदा भी आ, सुणदा भी आ, साडियां मुरादां भी पूरीआं करदा आ। बच्चे कहते कि ये शब्द गुरु सतगुरु गुरु गोबिंद सिंह महाराज ने गुरता गति गुरु ग्रंथ साहिब बख्शी है। तो साध संगत उस वेले सारिया मर्यादा भी सतगुरु जी ने दढ़ाइयां कि सतगुरु का इशनान किवें कराउणा। सतगुरु जी ने एक एक सफ़े नूं साफ करना रमाल नाल, ये गुरु ग्रंथ साहिब महाराज का इशनान है। जब इस तरह कह के अखीर उन्होंने तंग इतना करता, कहते कि जे तेरा बाबा पूरा आ ना तो 31 तरीक तक तू अपने बाबे नूं घर बुला, तेरा बाबा जे आपे चल के घर आ जाए तो असीं सारे मान लवांगे कि तेरा बाबा पूरा आ, असीं तेरे बाबे दे लड़ लग जावांगे। जे तेरा बाबा अपने आप चल के घर ना आया, फिर तैनूं साडा बाबे नूं मनना पएगा। साडा बाबा जदों असीं बुलाउने आ, याद करते हैं, सुनेहा भेजदे, उदों ही आ जांदा। तू अपने बाबे नूं सुनेहा भेज, तेरा बाबा घर आवे चल के। बड़ा तगड़ा परचा पाता कि बाबा सतगुरु जी कहते चल के तो वो आवे जिहड़ा किते गया होवे, दूर होवे, जिहड़ा है ही शब्द हिरदे विच आ, उन्हें कित्थों चल के आउणा। आद अंत एक अवतारा सोई गुरु समझो। हमारा कुदरती बीबियां दे अंदर ये गुरु तेग बहादुर जी ने वर भी दिता, माइयां रब रजाइयां, ये इन्हां दी लगन जिस पासे लग जाती है फिर अधूरी नहीं रहिंदी, अखीर तक परपक रहिंदा इन्हां दा निश्चा। एक कुदरती गल हुंदी है, असीं डोल जाते हैं जी थोड़ा बहुता, पर उस बीबी के अंदर एक कोई लगन, वो अंदर बैठ के ही नाम जपण लग पई। ग्रंथी सिंह हमेशा उन्हें जाना रमाले साफ करने धोने, उन्होंने जाना छड्डता। उन्हें कहा कि हे सच्चे पातशाह तू समर्थ गुरु है, पर मेरे जिहड़े सहुरा घर है ये मनमुख ने, इन्हों तेरी सार नहीं है, तू मेरी लाज पत रख, इन्होंने मन से कोई ऐसा प्रभाव सच्चे पातशाह पा दिओ जिहड़ा ये तुहाडे नालों मैं टुट ना सकां, मैं तुहाडे नाल जुड़ी रहा। पर ये सहुरिਆਂ ਦਾ दबाव आ, इन्हां दी गल मैनूं मननी पैंदी है। इन्हां ने 31 तरीक रखती, दिन थोड़े ही ने, तू आप ही कोई ऐसा कौतक वरता मालका जिन्हां मेरी लाजपत रह जाए। तो कहते असीं सारे ही गुरु नाल जुड़ जावांगे जे तेरा गुरु चल के घर आ जाए। इन्हें सिमरन करना शुरू करता, बंदगी करनी शुरू करती। जाको मुश्किल अत बने ढोई कोई ना दे,
लागू होए दुश्मना साक भी भज खले। सच पे भजे आसरा चौके सब असराओ, चित आवे उस पार ब्रह्म ता लगे न तत्ती वाह। कहते जब तो मुश्किल अत बने, जे अत की मुश्किल बन गई, ढोई कोई ना दे, कोई भी बंदा ढोई ना दवे। लागू होए दुश्मना, दुश्मन भी तगड़े हो के लगन लग पन। लागू होए दुश्मना साक भी भज खले, जेड़े रिश्तेदार वो भी बिपत पड़ी सबहू संग छाड़त को न आवत नेरे। जो बिपता पैंदी अपने भी छड्ड के चले जाते हैं। तो सतगुरु सच्चे पातशाह महाराज कहते हैं साक भी भज खले, जे रिश्तेदार भी सारे छड्ड के चले जान। चित साक भी भज खले सभे भज आसरा चुके सब असराओ। कहते सारे आसरे टुट जान, कोई सारा ना रहे। चित आवे उस पार ब्रह्म ता लगे न तत्ती वाह। जे वाहिगुरू चित्ते आ जाए साध संगत तत्ती वाह भी नहीं लगती। इन्हें अमृत वेले उठ के गुरद्वारा जाना तो बंद करता था बेचारी का। मालक के चरणों में लगातार रात दिन एक कोई अरदास सच्चे पातशाह कट कट के अंतर की जानत भले बुरे की पीर पछानत तू लाजपत रख। तू तो समर्थ गुरु आ, ये तो पखंडी गुरु ने, ये तो अपने आप भी मुक्त नहीं हो सकते। किसी ने मुक्त की करना है। एक दिन बीत्या, दो दिन बीत्या, नाम का साध संग शरीर के अंदर बड़ा आसरा होता है। क्योंकि जब नाम हृदय में वसदा, एक शब्द मेरे प्राण बसता है, प्राणा विच वस जाता, अंदर रच जाता है। अचिंत कम करे तिस जन के जिन हर का नाम प्यारा। अचिंत ही उन्हें पता ही नहीं लगता, वो कम सारे मालिक आप ही कर देता है। नानक चिंता मत करो, चिंता तिस ही है जल में जंत पाए न तिना भी रोजी दे। उथे हट ना चले ना को तिरस करे, सौदा मूल ना होवे ना को लय ना दे। बिच उपाय सायरा तिना भी सार करे। कहते कि वो समुद्र के जीव जिहड़े ने उन्होंने भी रिजिक दिंदा मालक, तू क्यों चिंता करता। एक दिन बीत्या, दो दिन बीते, साध संग अखीर 31 तरीक जी तरीक आ गई। हम सतगुरु जी कितने चल के आने, क्योंकि वो तो हर घट में वसते जिदन 31 तरीक हुई तो साध संग इतना मीह पिया। उदों इन्ने वधिया गुरुद्वारे नहीं होंदे सी, कच्चे गुरुद्वारे होंदे सी। और छत चौन लग पई अमृत वेले, मीह बहुत ज़्यादा बरन लग गया। तो एक कोई जगह थोड़ी जी जगह छोटे गुरुद्वारे होंदे सी, थोड़ी जगह राजस्थान की गल है, हुण भी जाके साध संगत आप मिल सकते हैं, भी परिवार हैगा। वो छोटा गुरुद्वारा सीगा, कहंदे वो ग्रंथी सिंह ने अपने प्रधान नूं बुलाया, कमेटी नूं सद्या, सारी नूं फोन किते, क्या कि इसका गुरुद्वारा चौन लग पिया। छत महाराज स्वरूप से पानी गिर जाना, किस तरह चंद्र से पानी रुक गया। उन्हें बहुत जल्दी महाराज संतोखे और थोड़ा छोटा जहा पलंग उत्ते रखे, पर मीह बड़ी जोर की बर के हटिया तो घटा फिर चढ़ गई। प्रधान भी आया, सारे आए, कहते इस तरह करिए महाराज स्वरूप किसी घर में थोड़े दिन वास्ते आप विराजमान कर देंगे हैं, जब तक यदा प्रबंध गुरद्वारा सादा कर लेते हैं। उन्हें ये आई है तो पाठी ग्रंथ सिंह कहता बीबी का नाम लिया। बीबी उन्होंने घर भी बड़ा तगड़ा आ, वो श्रद्धा भी गुरु ग्रंथ साहब महाराज की बहुत ज़्यादा आ। कमेटी ने कहा कि तुम सारे राजी हो तो आप उन्होंने पुछ के उन्होंने घर कोई साफ कमरा लैके महाराज कुछ दिन वास्ते उत्थे प्रकाश कर दीए। कमेटी भी सारी मन गई कि हुण तां मीह वरिया चोया, छत चोई है, दो स्वरूप ने, तो बाद में फिर होर मीह आ गया, फिर प्रकाश नहीं हो पाना। प्रकाश अस्थान उत्ते ही छत चो रही है, आले दुआले उन्हें दिन प्रकाश नहीं हो पाना, पानी अंदर जाता। ये सच्ची गल है। साध संग उस वेले फिर ग्रंथी कहता कि उन्होंने पता करियो, कि ग्रंथी सिंह कहते उन्होंने पता की करना। तो बीबी बहुत सेवा गुरु महाराज की करती है। आप जो पता कर जाना, जानू घटा फिर चढ़ी मीह फिर आ जाना, तुम महाराज चक्को स्वरूप छत्र ताणो, आप सारे लैके स्वरूप चलते हैं। तो कोई गल सिर पर शीश से स्वरूप होएगा पीला साह के उत्ते। असी खड़े खड़े ही कोई ना कोई उन्होंने कई कमरे ने
उन्हें तो कभी ना ही नहीं करनी। उस बीबी ते शुक्र करना आ कि मालक मेरे घर में आए आ, सेवा का मैनू मौका मिलया आ, मैं सेवा कर लवां तो उन्होंने पुछण की लोड़ नहीं। उस घर वा उस बीबी के घर पुछण जाने की लोड़ नहीं। तुसीं चलो सारे ही मन गए, स्वरूप महाराज का चक लिया, सास सीस उत्ते रख लिया, रख के साध संग चौर करके चलते सतनाम वाहिगुरू करती कमेटी भी नाल ते सारे घर के दरवाजे लगे पहुँचे। दरवाजा छेती खोलो। ग्रंथी संघ पहले तो जानता ही सीगा कि रमाले धोंदी है, बहुत सेवा करती है, सब कुछ। बीबी ने देखा बीबी ने सिर झुकाया। हुण घर आए ਜਿਹੜੇ ਬਾਬਿਆਂ ਨੂੰ ਮੰਨਦੇ ਉਹ ਵੀ ਮੱਥਾ ਟੇਕੇ, गुरु ग्रंथ साहिब ने टेकना ही सीगा। टेक के सारे खड़े, सानू क्या प्रधान ने बाबे ने क्या छेती देनी एक कमरा खाली करो, बिस्तरा लाओ, सतगुरु महाराज घर में लैके आए हैं तुहाडे ते छत चौन लग पई। बीबी ने मिनट बहुत जल्दी छेती छेती यही सोचा कि हे बालका देख ला तू कितना कि डाटा। तो अपनी मुसीबत विच मैं तेनों अपने हिरदे विच याद ही किया आ, ते जदों मैं याद किया तू आपे ही चल के आ गया। अज जे तू ना चल के आंदा मेरी पत नहीं रहनी सी, मैनू इस बाबे पखंडी नूं मत्था टेकना पैना सी। मेरा सिर ये वाहिगुरू तेरा सीस तेरा हथ मेरे सिर उत्ते ते मैनू एक पखंडी नूं मत्था टेकना पैना सीगा, तू मेरी लाज रखी। उसले घर दे भी सारे हैरान कि नौ नूं ते घरों बाहर जाण भी नहीं दिता इन्ने दिनां विच, कोई सुनेहा भी नहीं भेजिया, कोई इहदे कोल मोबाइल नहीं। इस महाराज अपने आप ही चल के घर विच आ गए, अपने आप चल के यही शर्त रखी सी कि तेरा महाराज जे वो चल के आप घर विच आपे आ जाएगा तो असीं उहदे लड़ लग जावांगे। महाराज का घर विच साध संगत बड़ा घर सीगा, सब कुछ वस्त्र साफ सुथरे घर विच सी बिछाए। महाराज विराजमान करता, दो स्वरूप दोनों घर च विराजमान करते। पीढ़ी उत्ते प्रकाश किया, साध संगत प्रकाश करके हुक्मनामा लिया। सारा ही परिवार बैठा, उस वेले देग बनाई। बीबी ने अपने सहुरे घर जिन्ने भी सारिਆਂ ਨੂੰ किया, सारी गल सुनाई। ग्रंथी सिंह भी तगड़ा प्रचारक सीगा, उन्हें भी कथा की। आंढ गुआढ़ भी सारे चल के आ गया। मीह भी बहुत ज़्यादा बरन लग गया तो सारी कथा की कि वाहिगुरू ते जिथे याद कर लो, वाहिगुरू हर घट विच वसदा आ। ये तो प्रगट गुरां दी देह हरजी होए ने गुरु गोबिंद सिंह महाराज जी के कवि। उन्होंने गुरु गोबिंद सिंह महाराज की डायरी लिखते थे, जो महाराज बचन करते थे अपनी डायरी में लिख लेंदे थे। उन्होंने अपनी डायरी में गुरु गोबिंद सिंह महाराज ने बचन लिखाए, प्रगट गुरां की देह। इत्थे तक शब्द जिहड़ा गुरु गोबिंद सिंह महाराज ने उचारिया। उस तो अगे राज करेगा खालसा, ये फिर ज्ञानी ज्ञान सिंह जी ने होरां ने उहदी वडियाई विच शब्द उचारे ने। प्रगट गुरां की देह तक शब्द उन्होंने कहा कि गुरु मानियो ग्रंथ, गुरु ग्रंथ जी मानियो प्रगट गुरां की देह। कहते प्रगट गुरां का स्वरूप है, देह है। जो देह की सेवा वही गुरु ग्रंथ साहिब महाराज की सेवा करनी, क्योंकि शब्द जो है वो तो कमाया जाता है, हिरदे च वसदा आ, बोलिया जाता, वाहिगुरू वाहिगुरू कहा जाता। उहदी तां सेवा सिमरन ही उहदी सेवा है, उहदे चरण धोने उन्होंने जपना ही सेवा है। पर जिथे शरीर की सेवा आ उत्थे गुरु ग्रंथ साहिब महाराज ने देह मांगू ठंड दे विच गरम वस्त्र, गर्मियां विच साध संगत एसी, जिस जिहड़ी चीज़ की शरीर नूं लोड़ है उस तरीके नाल सेवा करोगे तो गुरु महाराज की देह की सेवा होती है, महाराज की आप सेवा होंगी। दो दो पक्खे होने चाहिए, क्योंकि अज हो जाते ने करंट कुंट लग जाते हैं, अग्गा पै जांदियां ने, इको ही पक्का रात दिन चलता रहता है, वो बंदा ही नहीं होंदा। इन्हां दो पक्के होने इधर राजमन स्टेट गुरुद्वारा साहब जिथे सेवा करते फिर सब चीज़ डबल रखी है। एक दिने पक्का चलेगा, रात को बंद करके दूजा चलेगा। इस तरह बदल बदल के, पर असी बहाना बना लिया कि पक्खे बंद ही कर दो, महाराज ने एसी लाना बंद ही कर दो तो शब्द गुरु इनू कि ठंड लगती। उन तो नहीं ठंड लगती, पर साडी ठंड तो तां ही दूर होनी है जे गुरु महाराज की सेवा में साध संगत उन्होंने देह मन के मनांगे, प्रगट गुरां दे देह मनांगे। और सारे करते ने अरदास बेनती, देग भी हुई, सब कुछ धौना नीवियां पै गई। कितने बाबे ये कहते अज बाबे को लैके जाना मत्था टेकाउण बीबी नूं,
तो गुरु महाराज अपने आप घर चल के आ गए। अपने आप महाराज ने कोई ना कोई बहाना बनाया तो अपने आप चल के आ गए। अरदास से अरदास के बाद सारी विचार बीबी ने सारी संगत को दसी कि मैनू इस तरीके कैद किया होया कि तुहाडा गुरु पूरा नहीं गा, वो अपने आप चल के आएगा तो इस लड़ लग जमांगे। फिर क्योंकि गुरु महाराज चल के वाहिगुरू हिरदे ते सत मारदा। शरीर विच 70% पानी आ, 30% खून आ, और जिथे भी वड्डोगे खून ही निकलेगा, पानी नहीं निकलेगा। जब पानी 70% आ तो निकलता खून आ, पर जब दिल उत्ते सट वजदी ना फिर अख विचों पानी निकलता, उसले पानी निकलता। साहिबजादे का प्रसंग चल पवे, अखां विचों पानी आउण लग पैंदा कि सट हिरदे विच वजी आ, होर किते सट लग जाए खून निकलदा। पैसे नाल साध संगत पुण्य ते किते जा सकते हैं, खंड पाठ कराए जा सकते हैं, पैसे नाल लंगर लाए जा सकते हैं, पैसे नाल पुण्य खरीदे जा सकते हैं, पर पैसे नाल साध संगत पाप नहीं छड्डे जा सकते। जे कोई मेरे को पैसा मैं पाप छुट जाण मेरे। इस प्रमाण करते हैं जैतसरी महला चौथा, घर पहला चौप दे एक ओंकार सतगुर प्रसाद। जैतसरी राग में चौथे पातशाह सतगुरु जी अज के हुक्मनामे अंदर चौप दे 4 पदां का शब्द है। पहले घर में प्रमाण करते हैं एक ओंकार सतगुर प्रसाद, वाहिगुरू एक है। सारी सृष्टि उसकी रचना है, गुरु की कृपा नाल उसकी प्राप्ति होती। मेरे हीरे रतन नाम हर वसिया, गुर हाथ करो मेरा माथा। सतगुरु जी कहते हैं जिस तरह उस बीबी के सिर उत्ते उस वाहिगुरू ने हाथ रख दिता तो उसके हिरदे विच नाम वस गया। उन्हें चाहया कि गुरु ग्रंथ साहब अपने आप चल के गुरु मेरे घर आवे, कि इहो जिहा सतगुरु जी ने इहो जी कला वरताई कि गुरु ग्रंथ साहब महाराज आप चल के उसके घर पहुँचे। फिर होया कि कहते जन्म जन्म के किलबिक दुख उतरे, जन्मा जन्मा दे पाप लथ गए। गुर नाम दियो रिन लाता, गुरु ने परमात्मा ने अपना हिरदे विच नाम वसाता। रिन कहते करजे नूं, ते जो भी पापां दा करजा जिहड़े पाप कीते साडे ते करजा लद्या होया है। न्याणे बिगड़ जाते हैं, की हुंदा है पिछले जन्मां दा करजा लैण वास्ते आए हुंदे ने, वो फिर माँ बाप को दुखी करते अपना करजा वसूलते हैं। रिन लाथा कहते फिर ये जन्मा जन्मा का करजा पाप जोड़े ने वो लथ जाते हैं। मेरे मन भजे राम नाम सब अर्था, कहते जे परमात्मा का नाम भजांगे जपांगे ये सारा ही काम अर्थ आर्थिक स्थिति जिन्होंने कहते हैं, किसी माया की घाट है, किसी का शरीर रोगी है, किसी का कुछ, सब कुछ ही सतगुरु जी कहते वो लेखे लग जाएगा, सब कुछ ठीक हो जाएगा, सब अर्थ। गुरपुरी हर नाम दृढ़ाया, सतगुरु जी ने पूरे ने दृढ़ करना मतलब होंगे बार बार वाहिगुरू 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 जपी जाना, नाम दृढ़ाया और दृढ़ हो जाना, नाम अंदर वस जाता। बिना वे जीवन बिरथा, नाम तो बिना सतगुरु जी कहते सारा ही जीवन बिरथा है। कितनी सेवा सेवा करिए सिमरन करिए फिर हिरदे विच नाम वसता है। रहाओ बिन गुर मूड़ भय है मनमुख, ते मोह माया नित फादा, कहते कि बिना गुरु तो मूर्ख ने लोग, मनमुख ने ते वो मोह माया विच फसे रहते हैं। अंतर होमे कंडा है, जो जो चले चुभे दुख पावे, जमकाल सही सिर डंडा है। कहते पैर विच कंडा लगा होवे ना, उत्ते जिन्नी मर्जी मलम पट्टी करी जाइए, जो भी तुरेगा अंतर होमे कंडा है, ज्यों जो चले चुभे दुख पावे, कंडा अंदर चुभता रहता है। वो चाहे इंजैक्शन लवा लो, चाहे पट्टी कर लो, मलम कर लो, जो जिन्ना चर अंदरों कंडा नहीं बाहर निकलता साथ से उन्ना चर आराम नहीं मिलता। और जो भी तुरंगे चुभेगा। इस तरीके माया की हौमी मोह ये सब कुछ साढ़े अंदर कंडे लगे हुए ने। असीं तुरते जरूर है गुरु घर, पर अंदरों चुभते नहीं हो सकते। इन्हों कढ़न वास्ते सतगुरु जी कहते बिन गुरु मूड़ पाए है मनमुख। सतगुरु जी कहते वो मनमुख लोग ने ਜਿਹੜੇ मोह माया में फस के परमात्मा का नाम हिरदे में नहीं बसाते। जो नाम ही हिरदे बसेगा उदों ही कंडे निकलणगे। तिन साधु चरण न सेवे कबहू, तिन सब जन्म अकथ। जिन्हें साधु का अर्थ है सतगुरु, जिन्हें सतगुरु के चरण के होंगे गुरु की विचार नाल जुड़ना, ये सतगुरु के चरण ने।
ਜਿਹੜੇ ਅਸੀਂ ਕਹਿੰਦੇ ਧੂੜ ਲੈਣੀ ਸਤਿਗੁਰ ਦੇ ਚਰਨਾਂ ਦੀ ਧੂੜ, ਇਹ ਜੋ ਗੁਰਬਾਣੀ ਦੇ ਅਰਥ ਉਹਦਾ ਵਿੱਚ ਬਿਰਤੀ ਲਾਉਣੀ ਅਤੇ ਉਹ ਬਿਰਤੀ ਅਰਥ ਨੂੰ ਸਮਝ ਕੇ ਗੁਰਬਾਣੀ ਪੜ੍ਹਨੀ, ਇਹ ਸਤਿਗੁਰੂ ਦੇ ਚਰਨਾਂ ਦੀ ਧੂੜ ਹੈ। ਉਹ ਧੂੜ ਹੁਣ ਇਸ ਵੇਲੇ ਆਪਾਂ ਸਤਿਗੁਰੂ ਦੇ ਚਰਨਾਂ ਦੀ ਧੂੜ ਲੈ ਰਹੇ ਹਾਂ ਕਿ ਅਸੀਂ ਅਰਥ ਸਮਝ ਰਹੇ ਹਾਂ, ਅਰਥ ਵਿੱਚ ਸਾਡੀ ਬਿਰਤੀ ਅਤੇ ਮਨ ਸਾਡਾ ਸਾਫ਼ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਉਹ ਹੈ ਤਾਂ ਮਿੱਟੀ ਹੀ, ਕਿਸੇ ਸਾਧੂ ਦੇ ਚਰਨ ਦੀ ਧੂੜ ਸੰਗਤ ਦੇ ਚਰਨਾਂ ਦੀ। ਇੱਕ ਮਿੱਟੀ ਸਰੀਰ ਨੂੰ ਲੱਗਦੀ, ਅਸੀਂ ਧੋਂਦੇ ਹਾਂ ਉਹਨੂੰ, ਸਰੀਰ ਨੂੰ ਸਾਫ਼ ਕਰਦੇ ਹਾਂ, ਇੱਕ ਮਿੱਟੀ ਹੀ ਹੈ ਅਤੇ ਸਾਧ ਸੰਗਤ ਸਰੀਰ ਨੂੰ ਪਵਿੱਤਰ ਕਰਦੀ ਹੈ ਉਹ ਵੀ ਮਿੱਟੀ। ਹੁਣ ਸੰਗਤ ਆ ਚਰਨ ਗੰਗਾ ਪਾਣੀ ਹੀ ਹਨ, ਸਾਧ ਸੰਗਤ ਪਾਣੀ ਨਾਲ ਅਸੀਂ ਹੱਥ ਪੈਰ ਧੋਂਦੇ ਹਾਂ, ਸਾਫ਼ ਹੁੰਦੇ ਹਾਂ। ਇੱਕ ਉਹਦੇ ਨਾਲ ਸਾਡੀ ਮਿੱਟੀ ਮੈਲ ਧੋਂਦੀ ਆ, ਇੱਕ ਮੈਲ ਧੋਤੇ ਹੋਏ ਪਾਣੀ ਵਿੱਚ ਸੰਗਤਾਂ ਦੇ ਚਰਨ ਪਏ ਨੇ, ਉਹ ਹਿਰਦੇ ਦੀ ਮੈਲ ਧੋ ਦਿੰਦੀ ਹੈ। ਉਹੀ ਪਾਣੀ ਤਾਂ ਉਹੀ ਆ, ਉਹ ਮਿੱਟੀ ਵਾਲਾ ਹੀ ਪਾਣੀ, ਸੰਗਤਾਂ ਦੇ ਚਰਨ ਧੂੜ ਵਾਲਾ ਹੀ ਪਾਣੀ ਤੇਰੇ ਪਾਪ ਸਾਫ਼ ਕਰੀ ਜਾਂਦੇ ਆ। ਸਾਧੂ ਦੀ ਧੂੜ ਜਿਹੜੀ ਹੈ ਚਰਨਾਂ ਦੀ ਹੈ ਮਿੱਟੀ, ਪਰ ਉਹ ਤੇਰੇ ਮੱਥੇ ਨੂੰ ਜੇ ਲੱਗ ਜਾਏ ਤਾਂ ਤੇਰੇ ਕਰਮਾਂ ਦੀਆਂ ਰੇਖਾ ਬਦਲ ਦਿੰਦਾ, ਤੇਰੇ ਕਰਮ ਖੋਲ੍ਹ ਦਿੰਦੀ ਉਹ ਧੂੜ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਨ ਸਾਧੂ ਚਰਨ ਸਾਧ ਭਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਕਹਿੰਦੇ ਉਹਦਾ ਜਨਮ ਸਫਲ ਹੋ ਜਾਂਦਾ, ਸਭ ਕੁਛ ਸਾਰੇ ਕਾਰਜ ਉਹਦੇ ਰਸ ਹੋ ਜਾਂਦੇ। ਮੋਹ ਕੋ ਦੀਜੇ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ। ਇਹ ਵਾਹਿਗੁਰੂ ਮੈਨੂੰ ਆਪਣਾ ਦਾਸ ਬਣਾ ਕੇ ਤੂੰ ਮੈਨੂੰ ਦਇਆ ਕਰਕੇ, ਦਇਆ ਧਾਰ ਜਗਨਾਥਾ, ਸਾਡੇ 'ਤੇ ਵਾਹਿਗੁਰੂ ਦਇਆ ਕਰਕੇ ਤੂੰ ਆਪਣਾ ਸਾਨੂੰ ਦਾਸ ਬਣਾ ਲਾ। ਤੂੰ ਆਪਣਾ ਜਦੋਂ ਦਾਸ ਬਣਾ ਲਏਂਗਾ ਅਸੀਂ ਤੇਰੇ ਬਣ ਜਾਵਾਂਗੇ। ਫਿਰ ਕੀ ਬੇਨਤੀ ਕਰਦੇ ਸਤਿਗੁਰੂ, ਹਮ ਅੰਧਲੇ ਗਿਆਨਹੀਨ ਅਗਿਆਨੀ। ਕਹਿੰਦੇ ਅਸੀਂ ਨਾਮ ਤੋਂ ਅੰਧੇ ਹਾਂ, ਗਿਆਨ ਤੋਂ ਅੰਨੇ ਹਾਂ, ਸਾਨੂੰ ਕੋਈ ਗਿਆਨ ਨਹੀਂ ਵਾਹਿਗੁਰੂ ਤੇਰੇ ਘਰ ਦਾ, ਅਗਿਆਨੀ ਹਾਂ। ਕਿਉਂ ਚਾਲੇ ਮਾਰਗ ਪੰਥਾ, ਹੁਣ ਰਾਸਤਾ ਤਾਂ ਹੈਗਾ ਪਰ ਅੱਖਾਂ ਨਹੀਂ ਹੋਣ ਅਤੇ ਰਾਸਤੇ 'ਤੇ ਤੁਰਿਆ ਨਹੀਂ ਜਾਂਦਾ, ਔਖਾ ਪੈਂਦਾ। ਰਾਸਤਾ ਸਾਫ਼ ਆ, ਸਭ ਕੁਛ ਹੈਗਾ ਕਿ ਅੱਖਾਂ ਨਹੀਂ। ਸਤਿਗੁਰੂ ਜੀ ਕਹਿੰਦੇ ਗਿਆਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ, ਤੇਰੇ ਰਾਸਤੇ 'ਤੇ ਕਿਵੇਂ ਚੱਲੀਏ ਕਿਉਂਕਿ ਅਸੀਂ ਤਾਂ ਅਗਿਆਨੀ ਹਾਂ। ਸਾਡੀਆਂ ਅੱਖਾਂ ਜਿਹੜੀਆਂ ਜਿਹਦੇ ਵਿੱਚ ਗਿਆਨ ਅੰਜਨ ਜਿਹੜਾ ਸੁਰਮਾ ਹੈ, ਗਿਆਨ ਦਾ ਸੁਰਮਾ ਨਹੀਂ, ਅੱਖਾਂ ਤੋਂ ਅਸੀਂ ਅੰਨੇ ਹਾਂ, ਗਿਆਨ ਤੋਂ ਅੰਨੇ ਹਾਂ, ਨਾਮ ਦੀ ਕਮਾਈ ਨਹੀਂ। ਫਿਰ ਤੇਰੇ ਰਾਸਤੇ 'ਤੇ ਕਿਵੇਂ ਤੁਰੀਏ? ਰਾਸਤਾ ਤੇ ਤੇਰਾ ਸਾਫ਼ ਹੈ ਪਰ ਸਾਨੂੰ ਦਿਸਦਾ ਨਹੀਂ। ਉੱਥੇ ਤੁਰਨ ਦਾ ਇੱਕੋ ਹੀ ਤਰੀਕਾ ਸਤਿਗੁਰੂ ਕਹਿੰਦਾ, ਅੰਧਲੇ ਕੋ ਗੁਰ ਅੰਚਲ ਦੀਜੈ। ਕਿਸੇ ਅੰਨੇ ਨੂੰ ਸਾਧ ਸੰਗਤ ਬਾਂਹ ਫੜ ਲਈਏ, ਅੰਚਲ ਫੜਾ ਦਈਏ, ਪਰਨਾ ਫੜਾ ਦਈਏ, ਲਾਠੀ ਫੜਾ ਦਈਏ ਅਤੇ ਸਾਧ ਸੰਗਤ ਲਾਠੀ ਫੜ ਕੇ ਉਹਨੂੰ ਜਿੱਥੇ ਤੱਕ ਮਰਜ਼ੀ ਤੋਰ ਕੇ ਲੈ ਜਾਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਬੇਨਤੀ ਕਰਦੇ ਨੇ ਸ਼ਬਦ ਰਾਹੀਂ, ਸਤਿਗੁਰੂ ਜੀ ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਇਹ ਗੁਰੂ ਜੀ ਸਾਨੂੰ ਆਪਣਾ ਅੰਚਲ ਫੜਾ ਦੇ, ਜਨ ਨਾਨਕ ਚਲੇ ਮਿਲੱਥਾ। ਕਿਉਂਕਿ ਜਦੋਂ ਅੰਚਲ ਫੜਾ ਦੇਂਗਾ, ਤੂੰ ਪਰਨਾ ਫੜਾ ਦੇਂਗਾ, ਸਾਨੂੰ ਸਾਰਾ ਫੜਾ ਦੇਂਗਾ, ਅਸੀਂ ਤੇਰੇ ਨਾਲ ਨਾਲ ਚੱਲਦੇ ਚੱਲਦੇ ਤੇਰੇ ਘਰ ਤੱਕ ਪਹੁੰਚ ਜਾਵਾਂਗੇ। ਇਹ ਬੇਨਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਇਸ ਤਰ੍ਹਾਂ ਉਸ ਬੀਬੀ ਨੇ ਸਾਧ ਸੰਗਤ ਬੇਨਤੀ ਕੀਤੀ, ਉਹਦੇ ਸਾਰੇ ਪਾਪ ਲੱਥ ਗਏ ਅਤੇ ਨਾਲ ਅਰਦਾਸ ਕਰਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਿ ਮੇਰੇ ਪਰਿਵਾਰ ਨੂੰ ਵੀ ਐਸੀ ਸਮੱਤ ਹੈ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼, ਤੂੰ ਤੇ ਵੱਡੇ ਵੱਡੇ ਪਾਪੀਆਂ ਨੂੰ ਗਣਕਾ ਵਰਗੇ ਪਾਪਣ ਨੂੰ ਬਖਸ਼ ਦਿੱਤਾ, ਉਹਦੇ ਪਾਪ ਨਹੀਂ ਦੇਖੇ, ਉਹਦੇ ਪਾਪਾਂ 'ਤੇ ਵੀ ਤੂੰ ਦਿਆਲ ਹੋ ਗਿਆ ਅਤੇ ਇਹਨਾਂ ਮੂਰਖਾਂ ਨੂੰ ਤੂੰ ਉਪਦੇਸ਼ ਦੇ ਕੇ ਆਪਣੇ ਵੱਲ ਆਪਣੇ ਲੜ ਲਾ ਲਾ। ਜਦੋਂ ਅਰਦਾਸ ਕੀਤੀ, ਬਿਰਤੀ ਕਦੇ ਨਾ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਗੁਰੂ ਜੀ ਨੇ ਅਰਦਾਸ ਸਰਵਣ ਕਰ ਲਈ, ਸਾਧ ਸੰਗਤ ਸਾਰੇ ਹੀ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਸਾਧ ਸੰਗਤ ਇੱਕ ਧੀ ਨੇ ਪੂਰੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾਤਾ, ਸਾਰਿਆਂ ਨੂੰ ਸੀਸ ਨਵਾਇਆ। ਤੇਰਾ ਗੁਰੂ ਪੂਰਾ ਆ, ਘਰੋਂ ਜਾਣ ਵੀ ਨਹੀਂ ਦਿੱਤਾ ਤੈਨੂੰ, ਤੇਰਾ ਗੁਰੂ ਆਪ ਚੱਲ ਕੇ ਤੇਰੇ ਕੋਲ ਆਇਆ। ਉਸ ਬੀਬੀ ਦੀ ਸ਼ਰਧਾ ਨੂੰ, ਭਾਵਨਾ ਨੂੰ ਫਲ ਲੱਗਾ। ਸਾਧ ਸੰਗਤ ਤਾਂ ਹਮੇਸ਼ਾ ਸਾਧ ਸੰਗਤ ਜ਼ਿੰਦਗੀ ਵਿੱਚ ਯਾਦ ਰੱਖੋ, ਉਸ ਮਾਲਕ ਨੂੰ ਜਿਸ ਰੂਪ ਵਿੱਚ ਦੇਖਾਂਗੇ, ਜਿੱਥੇ ਚਾਹਾਂਗੇ ਉੱਥੇ ਹੀ ਗੁਰੂ ਦਰਸ਼ਨ ਦੇ ਦਿੰਦਾ ਆ। ਜਿਸ ਰੂਪ ਵਿੱਚ ਦੇਖਾਂਗੇ ਉਸੇ ਰੂਪ ਵਿੱਚ ਗੁਰੂ ਸਾਧ ਸੰਗਤ ਗੁਰੂ ਨਾਨਕ ਰੂਪ ਵਿੱਚ ਦੇਖਾਂਗੇ, ਉਹ ਗੁਰੂ ਨਾਨਕ ਰੂਪ ਵਿੱਚ ਹੀ ਦਰਸ਼ਨ ਦੇਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਦੇਖਣਾ ਚਾਹੋ, ਉਸ ਰੂਪ ਵਿੱਚ ਹੀ ਦਰਸ਼ਨ ਦੇਵੇਗਾ। ਵਾਹਿਗੁਰੂ ਦੇ ਸਾਰੇ ਰੂਪ ਨੇ, ਉਹ ਹਰ ਘਟ ਵਿੱਚ ਹਰ ਰੂਪ ਵਿੱਚ ਵਸਦਾ। ਤੇਰੀ ਸ਼ਰਧਾ ਕਿਸ ਸਰੂਪ 'ਤੇ ਆ, ਉਸੇ ਸਰੂਪ ਵਿੱਚ ਸਤਿਗੁਰੂ ਜੀ ਦਰਸ਼ਨ ਦਿਆ ਕਰਦੇ ਹਨ। ਪਰ ਕਦੇ ਵੀ ਗੁਰੂ ਦੇ ਸਿੱਖ ਬਣ ਕੇ ਕਿਸੇ ਮੜੀ ਮਸਾਣ, ਕਿਸੇ ਸਾਧ ਸੰਗਤ ਪਖੰਡੀ ਬਾਬੇ ਨੂੰ, ਕਿਸੇ ਦੇਹਧਾਰੀ ਨੂੰ ਸਾਧ ਸੰਗਤ ਗੁਰੂ ਮੰਨ ਕੇ ਮੱਥਾ ਟੇਕਣ ਨਾਲ ਗੁਰੂ ਸਾਧ ਸੰਗਤ ਸਹਾਈ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ
एक ਅੰਮ੍ਰਿਤਧਾਰੀ ਗੁਰਸਿੱਖ ਨੂੰ ਗੱਡੇ ਨਾਲ ਬੰਨਿਆ, ਘੁੱਟ ਕੇ ਬੰਨ ਕੇ ਤੇ ਲਈ ਜਾਣ ਗੁਰੂ ਮਹਾਰਾਜ ਨੂੰ ਅਨੰਦਪੁਰ ਸਾਹਿਬ ਨੂੰ। ਸਾਰੀਆਂ ਸੰਗਤਾਂ ਹੈਰਾਨ ਕਿ ਗੁਰਸਿੱਖ ਪਾਗਲਾਵਾਂ ਨੂੰ ਕਰਦਾ ਆ। ਅੰਮ੍ਰਿਤਧਾਰੀ ਕਿਰਪਾਨ ਪਾਈ ਆ, ਬੰਨਿਆ ਹੋਇਆ। ਮਹਾਰਾਜ ਕੋਲ ਗਏ ਜਦੋਂ ਮਹਾਰਾਜ ਨੇ ਮਾੜਾ ਜਿਹਾ ਦੇਖਿਆ, ਉਹਦੀ ਦ੍ਰਿਸ਼ਟੀ ਪਾਈ ਭਾਈ ਦਇਆ ਸਿੰਘ ਜੀ ਨੂੰ, ਕਹਿੰਦੇ ਇਹ ਤਾਂ ਖੋਲ ਤੋਂ ਹੱਥ ਪੈਰ ਦੇ ਨਾਲ ਦੇ ਜਿੰਨੇ ਸੀ। ਨਹੀਂ ਮਹਾਰਾਜ ਇਹਨੂੰ ਹੱਥ ਪੈਰ ਖੋਲ੍ਹੇ ਨੂੰ ਦੌੜ ਜਾਣਾ, ਲੱਭਦਾ ਨਹੀਂ, ਬਹੁਤ ਖੂਬ ਦੌੜ ਜਾਂਦਾ ਹੈ, ਪਾਗਲ ਹੋ ਗਿਆ। ਸਤਿਗੁਰੂ ਨੇ ਜਲਦਾ ਛਿੱਟਾ ਮਾਰ ਕੇ ਹੱਥ ਪੈਰ ਖੋਲ੍ਹੇ, ਪੁੱਛਿਆ, ਸੋਚੀ ਆ ਗਈ ਇੱਕਦਮ। ਸਤਿਗੁਰੂ ਜੀ ਨੇ ਕਿਰਪਾ ਕਰਤੀ। ਕੀ ਹੋਇਆ? ਘਰ ਦੀ ਜਿਹੜੀ ਸੀ ਉਹ ਮੜੀਆਂ ਨੂੰ ਮਸਾਣਾ ਨੂੰ ਮੰਨਦੀ ਸੀ, ਬਹੁਤ ਮੰਨਦੀ ਸੀ। ਰੋਜ਼ ਉਹਨੇ ਕੜਾ ਕਰਨਾ, ਕਿਸੇ ਸਰਵਰ ਪੀਰ ਜਿਹੜਾ ਉਹਦੇ ਕੋਲ ਜਾਣਾ, ਉੱਥੇ ਮੱਥਾ ਟੇਕਣਾ। ਕੜਾ ਕਲੇਸ਼ ਘਰ ਚੋਂ ਹਟੇ ਹੀ ਨਾ। ਇਹ ਤਾਂ ਅਨੰਦਪੁਰ ਵਾਲੇ ਸਤਿਗੁਰੂ ਜੀ ਨੂੰ ਮੰਨਣ ਵਾਲਾ ਗੁਰਸਿੱਖ, ਪਰ ਬੀਬੀ ਘਰ ਵਿੱਚ ਐਸੀ ਆ ਗਈ ਕਿ ਬੀਬੀਆਂ ਦਾ ਅਸਰ ਜ਼ਿਆਦਾ ਹੋ ਜਾਂਦਾ ਭਾਈਆਂ ਨਾਲ। ਪੂਰੇ ਘਰ 'ਤੇ ਐਸਾ ਉਹਦਾ ਅਸਰ ਪੈ ਗਿਆ ਕਿ ਉਹ ਬਾਕੀ ਵੀ ਉਹਨਾਂ ਦੇ ਪਰਿਵਾਰ ਨੂੰ ਸਰੇਵੜੀ ਪੀਰ ਦੀ ਮੜੀ ਮਸਾਲ 'ਤੇ ਜਾ ਕੇ ਮੱਥਾ ਟੇਕਣ, ਪਰ ਇਹ ਕਹਿੰਦਾ ਮੈਂ ਨਹੀਂ ਮੱਥਾ ਟੇਕਣਾ, ਮੈਂ ਨਹੀਂ ਜਾਣਾ। ਬਹੁਤ ਅੜਿਆ ਉੜਿਆ ਤੇ ਘਰਦਿਆਂ ਨੇ ਸਾਰਾ ਸਮਝਾਇਆ, ਕੀ ਮੱਥਾ ਟੇਕਣਾ, ਤੂੰ ਚਲੀ ਜਾ, ਘਰ 'ਚ ਤੇਰੇ ਰੋਜ਼ ਕੜਾ ਪੈਂਦੀ ਹੈ, ਤੇਰੀ ਘਰ ਵਾਲੀ ਤੇਰੇ ਪੁੱਠਾ ਸਿੱਧਾ ਤੈਨੂੰ ਬੋਲਦੀ ਹੈ, ਤੇ ਰੋਹ ਮਾਰਦੀ ਆ, ਤੇ ਗੁਰੂ ਤੂੰ ਕਿਹੜਾ ਗੁਰੂ ਨਾਲ ਟੁੱਟ ਚੱਲਾਂਗੇ, ਤੂੰ ਜਾਂ ਚਲੇ ਜਾ, ਜਾਣਨਾ ਕੀ ਆ, ਇੱਕ ਦਿਨ ਚਲੇ ਜਾ, ਮੁੜ ਕੇ ਨਾ ਜਾਏ। ਉਹ ਲੈ ਗਈ ਜ਼ੋਰ ਨਾਲ ਹੀ, ਅਸਰ ਹੋ ਗਿਆ, ਚਲਾ ਗਿਆ। ਸਾਧ ਸਿੰਘ ਜਾ ਕੇ ਮੜੀ ਦੇ ਉੱਤੇ ਸਾਧ ਸਿੰਘ ਮਾੜਾ ਜਿਹਾ ਮੱਥਾ ਜਿਹਾ ਟੇਕਿਆ, ਮਾੜਾ ਜਿਹਾ ਉੱਥੇ ਧੌਣਾ ਫੜ ਲਿਆ, ਚੜ੍ਹ ਗਿਆ, ਭੂਤ ਸਵਾਰ ਹੋ ਗਿਆ ਉਹਦੇ ਉੱਤੇ। ਅਤੇ ਗੁਰੂ ਦਾ ਸਿੱਖ ਆਇਆ ਆ, ਉਹ ਤੇਰੀ ਪੱਗ ਜਿਹੜੀ ਆ ਗੁਰੂ ਦੇ ਦਰ 'ਤੇ ਚੁੱਕਣੀ ਚਾਹੀਦੀ। ਇੱਕ ਮੜੀ ਉੱਤੇ ਝੁੱਕ ਕੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਦਸਤਾਰ 'ਤੇ ਪੱਗ ਜੇ ਇਹ ਚੁੱਕੀ, ਉਹ ਉਸੇ ਵੇਲੇ ਹੀ ਸਾਧ ਸਿੰਘ ਹੋਰ ਕਿਸੇ ਨੂੰ ਭੂਤ ਚੁੰਬੜੇ ਨਾ ਚੰਬੜੇ, ਉਹਨੂੰ ਉਸੇ ਵੇਲੇ ਚੁੰਬੜ ਗਿਆ। ਉਹ ਤਾਂ ਉਸੇ ਵੇਲੇ ਕੱਪੜੇ ਪਾੜਨ ਲੱਗ ਪਿਆ, ਇੱਧਰ ਉੱਧਰ ਭੱਜਣ ਲੱਗ ਪਿਆ, ਕਿਉਂਕਿ ਗੁਰੂ ਦਾ ਸਿੱਖ ਹੋ ਕੇ ਝੁੱਕ ਗਿਆ ਕਬਰਾਂ ਦੇ ਉੱਤੇ। ਉਸ ਦਿਨ ਫੜਿਆ ਜ਼ੋਰ ਨਾਲ, ਗੱਡਿਆਂ ਨਾਲ ਬੰਨ੍ਹ ਕੇ ਲੈ ਕੇ ਆਏ। ਉਹਨੇ ਆਪਣੇ ਆਪ ਕਿਹਾ, ਮੈਂ ਕੀ ਕਰਾਂ, ਮੇਰੀ ਘਰ ਵਾਲੀ ਆ, ਇਹਨੇ ਮੈਨੂੰ ਬਹੁਤ ਤੰਗ ਕਰਤਾ, ਮੈਂ ਚਲੋ ਕਲੇਸ਼ ਕਿਸ ਤਰ੍ਹਾਂ ਖਤਮ ਹੋ ਜਾਏ। ਕਹਿੰਦੇ ਤੂੰ ਕਲੇਸ਼ ਤੋਂ ਡਰਦਾ ਹੋਇਆ ਆਪਣੇ ਗੁਰੂ ਦੀ ਪੱਗ 'ਤੇ ਦਸਤਾਰ 'ਤੇ ਦਾੜਾ, ਦੋ ਹੀ ਚੀਜ਼ਾਂ ਨੂੰ ਪ੍ਰਕਾਸ਼ ਲੱਗਦਾ। ਇੱਕ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ, ਇੱਕ ਅਸੀਂ ਕਹਿੰਦੇ ਦਾੜੇ ਦਾ ਪ੍ਰਕਾਸ਼ ਕਰਨਾ। ਮਹਾਰਾਜ ਨੇ ਦਾੜੇ ਨੂੰ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਬਰਾਬਰ ਗਿਣਤਾ। ਮਹਾਰਾਜ ਦੇ ਨੂੰ ਪ੍ਰਕਾਸ਼ ਲੱਗਦਾ ਆ ਅਤੇ ਦਾੜੇ ਨੂੰ ਪ੍ਰਕਾਸ਼ ਲੱਗਦਾ। ਕਹਿੰਦੇ ਹੋ ਕੇ ਗੁਰੂ ਦਸ਼ਮੇਸ਼ ਦਾ ਪੁੱਤਰ ਝੁਕੇ ਜਾ ਕੇ ਮੜੀਆਂ, ਫਿਰ ਭੂਤਾਂ ਦਾ ਜ਼ੋਰ ਤੇ ਪਈ ਜਾਣਾ ਆ, ਕਿਉਂਕਿ ਤੂੰ ਗੁਰੂ ਦਾ ਸੀਸ ਮੜੀਆਂ ਮੁਰਚ ਕਰਦਾ। ਅਤੇ ਉਸ ਵੇਲੇ ਹੱਥ ਜੋੜੇ, ਇਹਨਾਂ ਨੂੰ ਵੀ ਸਮਤ ਬਖਸ਼ੋ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਪਰਿਵਾਰ ਨੂੰ ਵੀ ਸਮਤ ਬਖਸ਼ਤੀ, ਅਤੇ ਉਹ ਵੀ ਸਾਧ ਸੰਗਤ ਸਾਧ ਸਿੰਘ ਗੁਰਸਿੱਖ ਬਣ ਗਏ। ਸਾਰਿਆਂ 'ਤੇ ਸਾਧ ਸਿੰਘ ਕਿਰਪਾ ਹੋ ਗਈ। ਤਾਂ ਕਿ ਸਾਧ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ। ਗੁਰੂ ਦੇ ਪਿਆਰੇ ਹੋ, ਗੁਰੂ ਦੇ ਲੜ ਲੱਗੇ ਹੋ। ਇਸ ਗੁਰੂ ਤੋਂ ਵੱਡਾ ਨਾ ਕੋਈ ਅੱਜ ਤੱਕ ਹੋਇਆ ਹੈ, ਨਾ ਹੋਣਾ ਹੈ। ਮੋਨੀ ਅਵਤਾਰ ਸਤਿਗੁਰੂ ਜੀ ਨੇ ਕਹਿਤਾ, ਤੁਹਾਨੂੰ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ, ਤੁਹਾਨੂੰ ਉਸ ਗੁਰੂ ਦੇ ਲੜ ਲਾ ਕੇ ਚੱਲੇ ਹਾਂ ਜਿਹੜਾ ਕਦੀ ਵੀ ਜੋਤੀ ਜੋਤ ਸਮਾਉਣ ਦਾ ਦਿਹਾੜਾ ਨਹੀਂ ਆਏਗਾ। 10 ਗੁਰੂ ਜੋਤੀ ਜੋਤ ਸਮਾਏ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਕਦੀ ਵੀ ਦਿਹਾੜਾ ਨਹੀਂ ਆਉਣਾ ਹੈ। ਸਾਧ ਸੰਗਤ ਜੁਗੋ ਜੁਗ ਅਟਲ ਸਤਿਗੁਰੂ ਜਿਹੜੇ ਅਸੀਂ ਲੜ ਲੱਗ ਕੇ, ਫਿਰ ਸਾਧ ਸੰਗਤ ਅਸੀਂ ਮੜੀਆਂ 'ਤੇ ਜਾਈਏ, ਦੀਵੇ ਜਗਾਈਏ, ਜਾ ਕੇ ਝੁਕੀਏ ਸਾਧ ਸੰਗਤ ਆਪਣੇ ਸੀਸ ਨੂੰ। ਉਹ ਗੁਰੂ ਨੂੰ ਲਾਜ ਲੱਗਦੀ ਹੈ, ਤੁਧ ਉੱਪਰ ਆਨੀ ਹੈ, ਕਹਿੰਦੇ ਗੁਰੂ 'ਤੇ ਲਾਜ ਲੱਗ ਜਾਂਦੀ। ਇਸ ਕਰਕੇ ਚੜ੍ਹਦੀ ਕਲਾ ਵਿੱਚ ਰਹੋ। ਗੁਰੂ ਸਾਡਾ ਸਮਰੱਥ ਹੈ, ਜਿੱਥੇ ਵੀ ਯਾਦ ਕਰਦੇ ਹਾਂ ਸ਼ਬਦ ਸਾਡੀ ਸਹਾਇਤਾ ਮਦਦ ਹਰ ਹਾਲਤ 'ਚ ਕਰਦਾ। ਸਭ ਕੁਛ ਦੁਨੀਆ ਛੱਡ ਜਾਏਗੀ, ਪਰ ਇੱਕ ਗੁਰੂ ਨਾਮ ਰਹਿਓ, ਸਾਧੂ ਰਹਿਓ ਗੁਰੂ ਗੋਬਿੰਦ। ਨਾ ਨਾਮ ਕਿਤੇ ਜਾਣਾ, ਨਾ ਸਾਧੂਆਂ ਨੇ ਕਿਤੇ ਜਾਣਾ, ਨਾ ਗੁਰੂ ਅਤੇ ਗੋਬਿੰਦ। 4 ਚੀਜ਼ਾਂ ਸਦਾ ਹੀ ਥਿਰ ਨੇ, ਇਹ ਕਦੀ ਵੀ ਨਹੀਂ ਜਾਣੀਆਂ। ਅਤੇ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਗੁਰੂ ਦੇ ਲੜ ਲੱਗੇ ਰਹੀਏ। ਰੋਜ਼ਾਨਾ ਸਤਸੰਗ ਵਿੱਚ ਆ ਕੇ ਕਥਾ ਵਿਚਾਰ ਨਾਲ ਜੁੜੀਏ। ਸੋ ਇੱਥੇ ਹੀ ਫਤਿਹ ਬੁਲਾਈਏ। ਆਨੰਦ ਸਾਹਿਬ ਵਿੱਚ ਉੱਚੀ ਆਵਾਜ਼ ਵਿੱਚ ਸਾਰਿਆਂ ਨੇ ਆਨੰਦ ਸਾਹਿਬ ਦਾ ਪਾਠ ਕਰਨਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।